ਸਾਡੇ ਕੰਟੋਨਮੈਂਟ ਬੋਰਡ 'ਚ ਕੰਟੋਨਮੈਂਟ ਬੋਰਡ ਦੀ ਬਹੁਤ ਜ਼ਿਆਦਾ ਦਿੱਕਤਾਂ ਹੈਗੀਆਂ, ਜਿਹਦੇ ਕਿ ਕਾਨੂੰਨ ਬਹੁਤ ਹੀ ਜ਼ਿਆਦਾ ਸਖਤ ਹੈਗੇ ਹੈ। ਉਹਦੇ ਨਾਲ ਪਬਲਿਕ ਬਹੁਤ ਦੁਖੀ ਹੈ। ਸਾਡੇ ਏਰੀਏ 'ਚ ਜਿਹੜਾ ਹੈਗਾ ਨਸ਼ੇ ਦੇ ਉੱਤੇ ਸਮਗਲਿੰਗ ਵਗੈਰਾ ਦਾ ਇੱਧਰ ਏਰੀਆ ਬਹੁਤ ਬੁਰੀ ਤਰ੍ਹਾਂ ਖਰਾਬ ਹੋਇਆ ਪਿਆ, ਅਤੇ ਜਦੋਂ ਇਹ BSF ਆ ਜਾਏਗੀ ਇਹਦੇ ਸਾਰਾ ਕਾਫੀ ਕੰਟਰੋਲ ਹੋ ਜਾਏਗਾ। किसान तो पिछले 1 साल तो लगातार प्रोटेस्ट कर रहे हैं, लेकिन एक बार भी प्रधानमंत्री साहब ने उन्होंने नाल गलबात करन दी या इंटरैक्शन करन दी कोई कोशिश नहीं। तुसीं देखोगे कि पंजाब विच कैप्टन अमरिंदर सिंह जी नूं हटा के एक दलित मुख्य मंत्री ला दिता गया है। ਤੁਹਾਨੂੰ ਕੀ ਲੱਗਦਾ कि BJP ਇਸ ਜਿਹੜਾ ਉਹਨਾਂ ਦਾ ਇੱਕ ਸਟੈਪ ਹੈ ਇਹਨੂੰ ਕਿੱਦਾਂ ਦੇਗੀ? ਅੱਜ ਅਸੀਂ ਤੁਹਾਨੂੰ ਮਿਲਾਨੇ ਆ ਜੀ ਗੋਬਿੰਦ ਰਾਮ ਅਗਰਵਾਲ ਜੀ, ਜੋ ਇੱਕ ਸ਼ੁਰੂਆਤੀ ਦੌਰ 'ਚ ਐਜ਼ ਆ ਸਮਾਜ ਸੇਵੀ ਆਏ, ਲੇਕਿਨ ਸਮਾਜ ਸੇਵਾ ਕਰਦੇ ਕਰਦੇ ਉਹ ਰਾਜਨੀਤੀ ਦਾ ਹਿੱਸਾ ਬਣ ਗਏ। ਹੁਣ ਉਹ BJP ਦੇ ਪੰਜਾਬ ਸੈੱਲ ਦੇ ਵਾਈਸ ਪ੍ਰੈਜ਼ੀਡੈਂਟ ਲੋਕਲ ਬੋਡੀ ਨੇ। ਗੱਲ ਕਰਦੇ ਉਹਨਾਂ ਨਾਲ ਕਿ ਉਹਨਾਂ ਨੇ ਆਪਦਾ ਸਮਾਜਿਕ ਸਫ਼ਰ ਤੋਂ ਕਿਵੇਂ ਸ਼ੁਰੂਆਤ ਕੀਤੀ ਤੇ ਰਾਜਨੀਤੀ 'ਚ ਕਿਵੇਂ ਆ ਗਏ। ਗੋਬਿੰਦ ਰਾਮ ਜੀ, ਸਵਾਗਤ ਹੈ ਤੁਹਾਡਾ। ਮਿਹਰਬਾਨੀ ਜੀ, ਥੈਂਕ ਯੂ। ਗੋਬਿੰਦ ਰਾਮ ਜੀ, ਤੁਸੀਂ ਜਿੱਦਾਂ ਦੱਸਿਆ ਕਿ ਤੁਸੀਂ ਸਮਾਜ ਸੇਵੀ ਰਹੇ ਹੋ ਔਰ ਪਿਛਲੇ 25-30 ਸਾਲਾਂ ਤੋਂ ਤੁਸੀਂ ਰਾਜਨੀਤੀ 'ਚ ਵੀ ਐਕਟਿਵਲੀ ਪਾਰਟਿਸਿਪੇਟ ਕਰ ਰਹੇ ਹੋ, ਅਤੇ ਮਤਲਬ ਰਾਜਨੀਤੀ ਔਰ ਸਮਾਜ ਸੇਵਿਕਾ ਔਰ ਸੇਵੀ ਦਾ ਕੰਮ ਕਰਨਾ ਔਰ ਬਿਜ਼ਨਸ ਵੀ ਤੁਸੀਂ ਬਿਜ਼ਨਸ ਵੀ ਕਰਦੇ ਹੋ, ਤਿੰਨਾਂ ਚੀਜ਼ਾਂ ਨੂੰ ਪੈਰਲਰਲੀ ਕਿਵੇਂ ਲੈ ਕੇ ਚੱਲਦੇ ਹੋ? ਦੇਖੋ, ਇਸ ਤਰ੍ਹਾਂ ਹੈ ਜੀ, ਕੰਮ ਵੀ ਕਰਦੇ ਹਾਂ, ਕੰਮ ਦੇ ਵਿੱਚ ਆਪਣੇ ਅਸੀਂ ਆਪਦੇ ਆਦਮੀ ਵਗੈਰਾ ਰੱਖੇ ਹੋਏ ਨੇ, ਉਹ ਵੀ ਅਸੀਂ ਉਹ ਕਰਦੇ ਰਹਿੰਦੇ ਆ ਥੋੜ੍ਹਾ ਬਹੁਤ। ਮੈਂ ਉਹਨਾਂ ਨਾਲ ਵੀ ਇੰਟਰਸਟ ਲੈ ਕੇ ਕਰਦਾ। ਸਮਾਜ ਸੇਵੀ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਦਾ ਉਹ ਵੀ ਅਸੀਂ ਕਰਦੇ ਹਾਂ, ਵਿੱਚ ਰਾਜਨੀਤਿਕ ਦਾ ਵੀ ਵਿੱਚ ਕੰਮ ਮਿਲਦਾ ਉਹ ਵੀ ਅਸੀਂ ਕਰਦੇ ਹਾਂ, ਅਤੇ ਬੜੀ ਖੁਸ਼ੀ ਨਾਲ ਸਾਰਾ ਚੀਜ਼ ਕਰਦੇ ਪਏ ਅਸੀਂ। ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਕੀ ਲੱਗਿਆ? ਸਮਾਜ ਸੇਵਾ ਹੀ ਵਧੀਆ ਕੰਮ ਹੈ, ਬਿਜ਼ਨਸ ਵਧੀਆ ਕਿ ਰਾਜਨੀਤੀ? ਸਮਾਜ ਸੇਵਿਕਾ ਦਾ ਸੇਵੀ ਜ਼ਿਆਦਾ ਅੱਛਾ ਬੈਟਰ ਲੱਗਦਾ। ਤੁਸੀਂ ਜਿੱਦਾਂ ਤੁਸੀਂ ਦੱਸਿਆ ਕਿ ਪਿਛਲੇ ਤੁਸੀਂ 18 ਸਾਲ ਤੁਸੀਂ ਔਰ ਤੁਹਾਡੇ ਵਾਈਫ ਦੋਨੋਂ ਹੀ ਕੰਟੋਨਮੈਂਟ ਬੋਰਡ ਦੇ ਮੈਂਬਰ ਵੀ ਰਹੇ ਹੋ। ਅਗਰ ਤੁਹਾਨੂੰ ਮੌਕਾ ਮਿਲੇ ਕਿ ਕੰਟੋਨਮੈਂਟ ਬੋਰਡ 'ਚ ਕੋਈ ਵੀ ਇੱਕ ਬਦਲਾਵ ਕਰਨ ਦਾ, ਤਾਂ ਤੁਸੀਂ ਕਿਹੜਾ ਬਦਲਾਵ ਕਰਨਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਸਾਡੇ ਕੰਟੋਨਮੈਂਟ ਬੋਰਡ ਦੀ ਬਹੁਤ ਜ਼ਿਆਦਾ ਦਿੱਕਤਾਂ ਹੈਗੀਆਂ, ਜਿਹੜੇ ਕਿ ਕਾਨੂੰਨ ਬਹੁਤ ਹੀ ਜ਼ਿਆਦਾ ਸਖਤ ਹੈਗੇ ਹੈ। ਉਹਦੇ ਨਾਲ ਪਬਲਿਕ ਬਹੁਤ ਦੁਖੀ ਹੈ। ਅਸੀਂ ਅੱਗੇ ਵੀ ਜਾ ਕੇ ਮਨੋਹਰ ਪਾਰੀਕਰ ਜੀ ਡਿਫੈਂਸ ਮਿਨਿਸਟਰ ਸੀ, ਉਹਨਾਂ ਨੂੰ ਵੀ ਮਿਲੇ ਸੀਗੇ, ਅਤੇ ਉਹਨਾਂ ਨੂੰ ਅਸੀਂ ਮੈਮੋਰੈਂਡਮ ਦਿੱਤਾ ਸੀ ਵੀ ਸਾਡਾ ਏਰੀਆ ਸਾਰਾ ਸਿਵਲ ਏਰੀਆ ਹੋਣਾ ਚਾਹੀਦਾ, ਜਿਹਦੇ 'ਚ ਕੰਟੋਨਮੈਂਟ ਬੋਰਡ ਦਾ ਕੋਈ ਰੋਲ ਨਹੀਂ ਹੋਣਾ ਚਾਹੀਦਾ, ਅਤੇ ਸਾਨੂੰ ਸਿਵਲ ਏਰੀਆ ਕਮੇਟੀ ਬਣਾਉਣੀ ਚਾਹੀਦੀ ਸਾਡੀ। ਅਤੇ ਸਭ ਤੋਂ ਪਹਿਲਾਂ ਸਾਡਾ ਇਹੀ ਮੇਨ ਮਕਸਦ ਹੈ ਵੀ ਸਾਡੇ ਸਿਵਲ ਏਰੀਆ ਦੇ ਲੋਕ ਸੁਖੀ ਰਹਿਣ। ਉਹਦੇ ਲਈ ਬਦਲਾਵ ਕੀ ਕਰਨਾ ਚਾਹੋਗੇ? ਵੀ ਉਹਦੀ ਜਿਹੜੀ ਸਿਵਲ ਏਰੀਆ ਕਮੇਟੀ ਹੋਵੇ, ਉਹ 'ਚ ਮਿਊਨਸੀਪਲ ਕਮੇਟੀ ਬਣ ਜਾਏ, ਜਿਵੇਂ ਸਾਡੇ ਫਿਰੋਜ਼ਪੁਰ ਸਿਟੀ ਆ ਉਵੇਂ ਫਿਰੋਜ਼ਪੁਰ ਕੈਂਟ ਦੀ ਸਿਵਲ ਏਰੀਆ ਕਮੇਟੀ ਬਣੇ। ਉਹਦੇ ਬਾਰੇ ਅਸੀਂ ਉਹਨਾਂ ਨੂੰ ਰਿਕੁਐਸਟ ਕਰਕੇ ਆਏ ਸੀ। ਉਹਨਾਂ ਨੇ ਹੁਣ ਐਟ ਪ੍ਰੈਜੈਂਟ ਸਾਡੇ ਕਾਨੂੰਨ ਨਵੇਂ ਬਣਨ ਜਾ ਰਹੇ ਆ, ਉਹਦੇ ਵਿੱਚ ਵੀ ਹੁਣ ਦੁਬਾਰਾ ਫਿਰ ਅਸੀਂ ਰਾਜਨਾਥ ਸਿੰਘ ਹੋਰਾਂ ਨੂੰ ਮਿਲੇ ਸੀਗੇ, ਡਿਫੈਂਸ ਮਿਨਿਸਟਰ ਨੂੰ। ਉਹਨਾਂ ਨੇ ਸਾਨੂੰ ਵਿਸ਼ਵਾਸਨ ਦਵਾਇਆ ਵੀ ਅਸੀਂ ਇਹਦੇ ਉੱਤੇ ਕਮੇਟੀਆਂ ਬਣਾਤੀਆਂ ਅਤੇ ਇਹ ਤੁਹਾਡਾ ਜਲਦੀ ਕੰਮ ਹੋ ਜਾਏਗਾ। ਦੇਖਿਆ ਹੋਣਾ ਪਿਛਲੇ 1-2 ਦਿਨਾਂ 'ਚ BSF ਵਾਲਾ ਮਸਲਾ ਪੰਜਾਬ ਵਿੱਚ ਬਹੁਤ ਭਖਿਆ ਹੋਇਆ। BSF ਦੀ ਹੱਦਬੰਦੀ ਵਧਾ ਦਿੱਤੀ ਗਈ ਹੈ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਮੇਰੇ ਹਿਸਾਬ ਨਾਲ ਤਾਂ ਉਹ ਬਹੁਤ ਵਧੀਆ ਸਟੈਪ ਹੈ ਗੌਰਮੈਂਟ ਦਾ, ਕਿਉਂਕਿ ਸਾਡੇ ਏਰੀਏ 'ਚ ਜਿਹੜਾ ਹੈਗਾ ਨਸ਼ੇ ਦੇ ਉੱਤੇ ਸਮਗਲਿੰਗ ਵਗੈਰਾ ਦਾ ਇੱਧਰ ਏਰੀਆ ਬਹੁਤ ਬੁਰੀ ਤਰ੍ਹਾਂ ਖਰਾਬ ਹੋਇਆ ਪਿਆ, ਅਤੇ ਜਦੋਂ ਇਹ BSF ਆ ਜਾਏਗੀ ਇਹਦੇ 'ਚ ਸਾਰਾ ਕਾਫੀ ਕੰਟਰੋਲ ਹੋ ਜਾਏਗਾ। ਜਿੰਨੇ ਵੀ ਪੋਲੀਟੀਸ਼ੀਅਨ ਜਾਂ ਦੂਸਰੇ ਲੋਕ ਇਹ ਸ਼ੋਰ ਮਚਾ ਰਹੇ ਨੇ ਕਿ BSF ਨੂੰ ਇੰਨੀ ਲਿਬਰਟੀ ਨਹੀਂ ਦੇਣੀ ਚਾਹੀਦੀ ਸੀ, BSF ਦੀ ਇੰਨੀ ਹੱਦਬੰਦੀ ਨਹੀਂ ਕਰਨੀ ਚਾਹੀਦੀ ਸੀ, BSF ਕੋਲ ਇੰਨੀ ਪਾਵਰ ਨਹੀਂ ਹੋਣੀ ਚਾਹੀਦੀ ਕਿ ਉਹ ਕਿਤੇ ਵੀ ਸਰਚ ਕਰ ਸਕਦੀ ਹੈ, ਨਾਕਾ ਲਾ ਸਕਦੀ ਹੈ। ਇਹਦਾ ਤੁਹਾਨੂੰ ਕੀ ਲੱਗਦਾ, ਫਾਇਦਾ ਹੋਏਗਾ ਕਿ ਨੁਕਸਾਨ ਹੋਊਗਾ? ਇਹ BSF ਦਾ ਬਹੁਤ ਬੈਨੀਫਿਟ ਹੋਏਗਾ। ਇਸ ਟਾਈਮ ਜੋ ਸਾਡੇ ਇਲਾਕੇ ਦੇ ਹਾਲਾਤ ਹੈ, ਲਾ ਐਂਡ ਆਰਡਰ ਹੈ ਹੀ ਨਹੀਂ। ਇਸ ਗੱਲ ਦੀ ਤਾਂ ਲੋਕਾਂ 'ਚ ਬਹੁਤ ਖੁਸ਼ੀ ਦੀ ਲਹਿਰ ਹੈ ਵੀ ਇਹ BSF ਆਏਗੀ ਅਤੇ ਕੰਟਰੋਲ ਹੋਏਗਾ। ਜੇ ਕਿਸੇ BJP ਨੇਤਾ ਨਾਲ ਗੱਲ ਕਰੀਏ ਤਾਂ ਔਰ ਕਿਸਾਨੀ ਮੁੱਦੇ 'ਤੇ ਨਾ ਗੱਲ ਹੋਏ ਤਾਂ ਕਿਤੇ ਨਾ ਕਿਤੇ ਉਹ ਇੰਟਰਵਿਊ ਜਾਂ ਉਹ ਗੱਲਬਾਤ ਬਾਇਸਡ ਲੱਗੂਗੀ। ਤੁਸੀਂ ਜਿਹੜਾ ਇਹ ਕਿਸਾਨੀ ਮੁੱਦਾ ਪਿਛਲੇ 1 ਸਾਲ ਦੇ ਕਰੀਬ ਤੋਂ ਚੱਲ ਰਿਹਾ ਔਰ ਲਖੀਮਪੁਰ 'ਚ ਕਿਸਾਨਾਂ ਦੀਆਂ ਹੱਤਿਆਵਾਂ ਵੀ ਕੀਤੀਆਂ ਗਈਆਂ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਸ ਟਾਈਮ ਜੋ ਚੱਲ ਰਿਹਾ ਹੈ, ਇਹ ਮੋਦੀ ਜੀ ਬੜੇ ਧਿਆਨ ਨਾਲ ਇਸ ਮੁੱਦੇ ਨੂੰ ਦੇਖ ਰਹੇ ਨੇ, ਔਰ ਉਹ ਉਸ ਗੱਲ 'ਤੇ ਪੂਰਾ ਉਹਨਾਂ ਦੀ ਪੂਰਾ ਧਿਆਨ ਕਰਕੇ ਉਹ ਕੰਮ ਕਰ ਰਹੇ ਨੇ। ਔਰ ਕੱਲ੍ਹ
ਅੱਗੇ ਕੋਈ ਨਾ ਕੋਈ ਅੱਛਾ ਹੀ ਫੈਸਲਾ ਆਉਣ ਦੀ ਉਮੀਦ ਹੈ। ਨਹੀਂ, ਤੁਹਾਨੂੰ ਲੱਗਦਾ ਹੈ ਕਿ ਜਿਹੜਾ ਇਹ ਫੈਸਲਾ ਹੈ ਅੱਛਾ ਆਏਗਾ ਔਰ ਜਲਦੀ ਆਏਗਾ? ਬਿਲਕੁਲ ਜਲਦੀ ਆਏਗਾ ਔਰ ਉਸ ਵਧੀਆ ਹੀ ਫੈਸਲਾ ਆਏਗਾ। ਪਰ ਕਿਸਾਨ ਤਾਂ ਪਿਛਲੇ 1 ਸਾਲ ਤੋਂ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ, ਲੇਕਿਨ ਇੱਕ ਵਾਰ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਜਾਂ ਇੰਟਰੈਕਸ਼ਨ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਨਹੀਂ, ਉਹ ਤਾਂ ਇਹਨਾਂ ਨੇ ਜਿਹੜੇ ਕਿਸਾਨ ਮੰਤਰੀ ਹੈਗੇ ਸਾਡੇ, ਉਹਨਾਂ ਨਾਲ ਕਈ ਵਾਰੀ ਉਹਨਾਂ ਦੀ ਮੁਲਾਕਾਤ ਹੋਈ ਹੈ, ਕਿਸੇ ਨਾ ਕਿਸੇ ਮੁੱਦੇ 'ਤੇ ਉਹ ਗੱਲ ਨਹੀਂ ਪੂਰੀ ਹੋ ਰਹੀ, ਪਰ ਲੇਕਿਨ ਕੋਸ਼ਿਸ਼ ਗੌਰਮੈਂਟ ਦੀ ਹੈ ਵੀ ਜਲਦੀ ਤੋਂ ਜਲਦੀ ਫੈਸਲਾ ਹੋਵੇ। ਤੁਸੀਂ ਦੇਖੋਗੇ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਹਟਾ ਕੇ ਇੱਕ ਦਲਿਤ ਮੁੱਖ ਮੰਤਰੀ ਲਾ ਦਿੱਤਾ ਗਿਆ ਹੈ। ਤੁਹਾਨੂੰ ਕੀ ਲੱਗਦਾ ਕਿ ਬੀਜੇਪੀ ਇਸ ਜਿਹੜਾ ਉਹਨਾਂ ਦਾ ਇੱਕ ਸਟੈਪ ਹੈ ਇਹਨੂੰ ਕਿੱਦਾਂ ਦੇਖਦੀ ਹੈ? ਦੇਖੋ ਜੀ, ਇਹ ਸਾਰੇ ਪੋਲੀਟੀਕਲੀ ਮਸਲੇ ਹੈਗੇ ਹੈ, ਇਹਦੇ ਵਿੱਚ ਤਾਂ ਉਹਨਾਂ ਦਾ ਚਲੋ ਜੋ ਵੀ ਹੈ ਉਹਨਾਂ ਨੇ ਲਾਇਆ ਬੰਦਾ, ਪਰ ਲੇਕਿਨ ਇਹ ਸਾਰਾ ਚੀਜ਼ ਜਿਹੜੀ ਹੈਗੀ ਹੈ, ਇਸ ਚੀਜ਼ ਨੂੰ ਵੀ ਬਾਰ-ਬਾਰ ਕਹਿਣਾ ਦਲਿਤ ਹੈਗੇ ਹੈ, ਉਹ ਕੰਮ ਕੋਈ ਵੀ ਮੁੱਖ ਮੰਤਰੀ ਲੱਗੇ ਉਹ ਅੱਛਾ ਕੰਮ ਕਰੇ ਤਾਂ ਬੈਟਰ ਹੁੰਦਾ, ਅਤੇ ਉਸ ਨੂੰ ਬਾਰ-ਬਾਰ ਦਲਿਤ ਦਾ ਰੂਪ ਦੇਣਾ। ਦਲਿਤ ਵੀ ਵਧੀਆ ਹੀ ਬੰਦੇ ਹੁੰਦੇ ਆ, ਪਰ ਲੇਕਿਨ ਇਹ ਨਹੀਂ ਹੋਣਾ ਚਾਹੀਦਾ ਵੀ ਇੱਕ ਚੀਜ਼ ਨੂੰ ਬਾਰ-ਬਾਰ ਦਲਿਤ ਕਰੀ ਜਾਣਾ, ਉਹ ਨਹੀਂ ਠੀਕ ਹੈ। ਬਾਕੀ ਅੱਛਾ ਕੰਮ ਕਰਨ, ਅੱਛਾ ਕੰਮ ਹੋਏ। ਨਹੀਂ, ਤੁਹਾਨੂੰ ਨਹੀਂ ਲੱਗਦਾ ਕਿ ਸਾਂਪਲਾ ਸਾਹਿਬ ਨੂੰ ਦਲਿਤ ਹੋਣ ਦੇ ਕਾਰਨ ਹੀ ਪ੍ਰਧਾਨ ਵੀ ਲਾਇਆ ਗਿਆ ਸੀ, ਅਤੇ ਕਿਤੇ ਨਾ ਕਿਤੇ ਇਹ ਵੀ ਕਿਆਸ ਲਾਏ ਜਾ ਰਹੇ ਸੀ ਕਿ ਅਗਰ ਕੋਈ ਦਲਿਤ ਚਿਹਰਾ ਚਾਹੀਦਾ ਹੋਇਆ ਤਾਂ ਹੋ ਸਕਦਾ ਸਾਂਪਲਾ ਸਾਹਿਬ ਬੀਜੇਪੀ ਦੇ ਪ੍ਰਧਾਨ ਹੋ ਸਕਦੇ, ਬੀਜੇਪੀ ਦੇ ਮੁੱਖ ਮੰਤਰੀ ਚਿਹਰਾ ਹੋ ਸਕਦੇ ਨੇ? ਇਸ ਬਾਰੇ ਤਾਂ ਨਹੀਂ ਮੈਨੂੰ ਕੋਈ ਇੰਨੀ ਜਾਣਕਾਰੀ ਜਾਂ ਕੀ ਹੈ, ਪਰ ਲੇਕਿਨ ਜੋ ਉੱਪਰ ਹਾਈ ਕਮਾਂਡ ਫੈਸਲਾ ਕਰੇਗੀ ਉਹ ਠੀਕ ਅਸੀਂ ਮੰਨਾਂਗੇ ਉਸ ਗੱਲ ਨੂੰ। ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਬੀਜੇਪੀ ਕਿਸੇ ਦਲਿਤ ਚਿਹਰੇ ਨੂੰ ਕਿਸੇ ਵੀ ਸਟੇਟ ਦਾ ਮੁੱਖ ਮੰਤਰੀ ਲਾ ਸਕਦੀ ਹੈ? ਇਹਦੇ ਵਿੱਚ ਤੁਹਾਡਾ ਕੁਐਸਚਨ ਠੀਕ ਹੈ, ਪਰ ਲੇਕਿਨ ਸਾਨੂੰ ਤਾਂ ਉਹਦੇ ਵਿੱਚ ਦਲਿਤ ਹੋਵੇ ਜਾਂ ਸਿੱਖ ਭਾਈਚਾਰਾ ਹੋਵੇ ਜਾਂ ਹਿੰਦੂ ਹੋਵੇ, ਕੋਈ ਵੀ ਐਲਾਨ ਉਹ ਕੰਮ ਕਰਨ ਵਾਲਾ ਮੁੱਖ ਮੰਤਰੀ ਹੋਣਾ ਚਾਹੀਦਾ, ਜਿਹੜਾ ਜਿਵੇਂ ਕਿ ਸਾਡੇ ਪ੍ਰਧਾਨ ਮੰਤਰੀ ਜੀ ਹੈ ਪੂਰਾ ਇਸ ਟਾਈਮ 24 ਘੰਟੇ ਕੰਮ ਕਰ ਰਹੇ ਨੇ, ਔਰ ਉਹਨਾਂ ਨਾਲ ਕਦੇ ਕਿਸੇ ਦੇ ਨਾਲ ਭੇਦਭਾਵ ਨਹੀਂ ਹੈ, ਉਹ ਪੂਰਾ ਇਸ ਟਾਈਮ ਦੇਸ਼ ਦੀ ਸੇਵਾ ਕਰ ਰਹੇ ਹੈ, ਉਵੇਂ ਹੀ ਮੁੱਖ ਮੰਤਰੀ ਸਾਡਾ ਹੋਣਾ ਚਾਹੀਦਾ। ਕਿਸਾਨੀ ਅੰਦੋਲਨ ਨੂੰ ਮੱਦੇਨਜ਼ਰ ਰੱਖਦੇ ਹੋਏ ਜੇ ਪਾਰਟੀ ਤੁਹਾਨੂੰ 2022 ਵਿੱਚ MLA ਤੋਂ ਇਲੈਕਸ਼ਨ ਲੜਾਉਂਦੀ ਹੈ ਫਿਰੋਜ਼ਪੁਰ ਤੋਂ, ਤਾਂ ਕੀ ਤੁਸੀਂ ਲੜਨ ਲਈ ਤਿਆਰ ਹੋ? ਹਾਂ, ਦੇਖੋ ਇਸ ਤਰ੍ਹਾਂ ਹੈ, ਪਾਰਟੀ ਨੇ ਮੈਨੂੰ ਮੰਡਲ ਪ੍ਰਧਾਨ ਦਾ ਵੀ ਅਹੁਦਾ ਦਿੱਤਾ, ਮੈਂ 3-4 ਸਾਲ ਮੰਡਲ ਪ੍ਰਧਾਨ ਵੀ ਰਿਹਾ। ਹੁਣ ਮੈਨੂੰ ਇਹਨਾਂ ਨੇ ਲੋਕਲ ਬੋਡੀ ਸੈੱਲ ਦਾ ਵਾਈਸ ਪ੍ਰਧਾਨ ਬਣਾਇਆ, ਉਹਦੇ ਵਿੱਚ ਵੀ ਅਸੀਂ ਹੁਣ ਕੰਮ ਕਰ ਰਹੇ ਹਾਂ। ਜੇ ਪਾਰਟੀ ਦਾ ਹੁਕਮ ਹੋਏਗਾ ਤਾਂ ਮੈਂ MLA ਇਲੈਕਸ਼ਨ ਲੜਨ ਨੂੰ ਤਿਆਰ ਹਾਂ। ਕਿਸਾਨੀ ਅੰਦੋਲਨ ਦੇ ਬਾਵਜੂਦ ਵੀ? ਹਾਂ, ਉਹ ਤਾਂ ਜੀ ਲੜਨਾ ਹੀ ਹੈ, ਜਿਵੇਂ ਪਾਰਟੀ ਦਾ ਆਰਡਰ ਹੋਏਗਾ ਉਹਦੇ ਵਿੱਚ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਇਹ ਸੀਗੇ ਜੀ ਗੋਬਿੰਦ ਰਾਮ ਜੀ, ਜਿਹੜੇ ਕਿ ਕਾਫੀ ਸਮੇਂ ਤੋਂ ਪੋਲੀਟੀਕਲੀ ਸੋਸ਼ਲੀ ਇੱਥੇ ਐਕਟਿਵ ਸੀ, ਔਰ ਅਸੀਂ ਅੱਗੇ ਵੀ ਇਹਨਾਂ ਨਾਲ ਗੱਲਬਾਤ ਕਰਦੇ ਰਹਾਂਗੇ ਔਰ ਤੁਹਾਨੂੰ ਟਾਈਮ ਟੂ ਟਾਈਮ ਇਹਨਾਂ ਨਾਲ ਮੁਲਾਕਾਤ ਕਰਾਉਂਦੇ ਰਹਾਂਗੇ। ਧੰਨਵਾਦ।